ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਪ੍ਰੇਰਿਤ ਅੰਕੁਰ ਨਰੂਲਾ, ਮੈਂ ਤੁਹਾਡਾ ਸਵਾਗਤ ਕਰਦਾ। ਅੱਜ ਬਾਈਬਲ 'ਚ ਲਿਖਿਆ ਇਹ ਵਚਨ ਜਿਹੜੇ ਤੁਸੀਂ ਸੁਣਨ ਜਾ ਰਹੇ ਹੋ, ਇਹ ਨਾ ਕਿ ਤੁਹਾਨੂੰ ਨੌਲੇਜ ਦੇਣ ਜਾ ਰਹੇ, ਬਲਕਿ ਮੈਂ ਆਪਣੀ ਆਤਮਾ ਦੁਆਰਾ ਇਹ ਗੱਲ ਜਾਣਦਾ ਔਰ ਬਾਈਬਲ ਦੁਆਰਾ ਇਹ ਗੱਲ ਜਾਣਦਾ। ਇਹ ਵਚਨ ਤੁਹਾਨੂੰ ਅਨੁਗ੍ਰਹਿ ਦੇਣ ਜਾ ਰਹੇ, ਤੁਹਾਨੂੰ ਇਨਰਲੀ ਸਟਰੈਂਥ ਦੇਣ ਜਾ ਰਹੇ, ਅੰਦਰਲੀ ਤਾਕਤ ਦੇਣ ਜਾ ਰਹੇ ਕਿ ਹੁਣ ਤੁਸੀਂ ਉਹ ਫਲ ਲੈ ਕੇ ਆ ਸਕੋਗੇ। ਜਿਹੜਾ ਕੰਮ ਤੁਸੀਂ ਸ਼ੁਰੂ ਕੀਤਾ ਪਹਿਲਾਂ ਔਰ ਨਹੀਂ ਚੱਲਿਆ, ਮੇਰਾ ਵਿਸ਼ਵਾਸ ਹੈ ਕਿ ਜੋ ਤੁਸੀਂ ਇਹਨਾਂ ਵਚਨਾਂ ਨੂੰ ਸੁਣ ਕੇ ਗ੍ਰਹਿਣ ਕਰੋਗੇ, ਤੁਸੀਂ ਦੁਆਰਾ ਕਰੋਗੇ ਔਰ ਕੰਮ ਚੱਲੇਗਾ। ਦੁਆਰਾ ਕਰੋਗੇ, ਉਹ ਸਟੈਪ ਚੱਕੋਗੇ ਤੇ ਉਹ ਕੰਮ ਫਿਰ ਫਲਵੰਤ ਹੋਏਗਾ ਔਰ ਰਸਤਾ ਫਿਰ ਖੁੱਲੇਗਾ ਜਿਹੜਾ ਤੁਹਾਡੇ ਪਹਿਲੇ ਸਟੈਪ ਨਾਲ ਨਹੀਂ ਖੁੱਲਿਆ। ਅੱਜ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਸੁਣਨ ਜਾ ਰਹੇ ਹੋ, ਇੱਕ ਬੱਚਿਆਂ ਦੇ ਨਹੀਂ ਪਰਮੇਸ਼ਵਰ ਦੇ ਸਾਹਮਣੇ, ਟੀਵੀ ਦੇ ਸਾਹਮਣੇ ਬੈਠੋ ਕਿ ਪਰਮੇਸ਼ਵਰ ਦਾ ਆਤਮਾ ਅੱਜ ਸਾਡੇ ਨਾਲ ਜੋ ਵੀ ਗੱਲ ਕਰੇਗਾ, ਅਸੀਂ ਉਹਨਾਂ ਗੱਲਾਂ ਦੇ ਉੱਤੇ ਚੱਲਣ ਦੇ ਲਈ ਤਿਆਰ ਔਰ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨਣ ਦੇ ਲਈ ਤਿਆਰ ਹਾਂ। ਆਮੀਨ। ਅੱਜ ਅਸੀਂ ਪਰਮੇਸ਼ਵਰ ਦੇ ਵਚਨਾਂ ਨੂੰ ਪੜਾਂਗੇ। ਅਸੀਂ ਪੜਾਂਗੇ ਐਸਤਰ ਦੀ ਪੁਸਤਕ, ਉਹਦਾ 4 ਬਾਬ, ਉਹਦੀ 15 ਆਇਤ ਨੂੰ ਅਸੀਂ ਪੜਾਂਗੇ। ਤਾਂ ਐਸਤਰ ਨੇ ਮੁਰਦਕੇ ਦੇ ਕੋਲ ਜਾ ਇਹ ਕਹਿਲਾ ਭੇਜਿਆ ਕਿ ਤੂੰ ਜਾ ਕੇ ਸ਼ੂਸ਼ਨ ਦੇ ਸਭ ਯਹੂਦੀਆਂ ਨੂੰ ਇਕੱਠਾ ਕਰ ਤੇ ਤੁਸੀਂ ਸਾਰੇ ਮੇਰੇ ਲਈ ਉਪਵਾਸ ਕਰੋ। 3 ਦਿਨ ਰਾਤ ਨਾ ਤੇ ਖਾਓ ਤੇ ਨਾ ਕੁਛ ਪੀਓ। ਮੈਂ ਵੀ ਆਪਣੀ ਸਹੇਲੀਆਂ ਦੇ ਨਾਲ ਉਸੇ ਰੀਤੀ ਉਪਵਾਸ ਕਰਾਂਗੀ ਔਰ ਇਸੇ ਹੀ ਦਸ਼ਾ ਦੇ ਵਿੱਚ ਮੈਂ ਨਿਯਮ ਦੇ ਖਿਲਾਫ ਰਾਜਾ ਦੇ ਕੋਲ ਅੰਦਰ ਜਾਵਾਂਗੀ। ਜੇ ਨਾਸ਼ ਹੋ ਗਈ ਤਾਂ ਹੋ ਗਈ। ਤਦ ਮੁਰਦਕੇ ਚਲਾ ਗਿਆ ਤੇ ਐਸਤਰ ਦੀ ਆਗਿਆ ਦੇ ਅਨੁਸਾਰ ਉਸਨੇ ਕੀਤਾ। ਬਾਈਬਲ 'ਚ ਲਿਖਿਆ ਹੈ ਐਸਤਰ ਉਹ ਰਾਣੀ ਸੀਗੀ ਜਿਹਨੂੰ ਪਰਮੇਸ਼ਵਰ ਨੇ ਚੁਣ ਲਿਆ ਸੀਗਾ ਕਿ ਉਹ ਰਾਣੀ ਬਣੇ। ਇੱਕ ਆਮ ਲੜਕੀ ਜਿਹਦੇ ਮਾਤਾ ਪਿਤਾ ਨਹੀਂ ਸੀ, ਆਪਣੇ ਕਜ਼ਨ ਦੇ ਕੋਲ ਜਿਹੜੀ ਰਹਿੰਦੀ ਸੀ, ਉਹਨੂੰ ਆਪਣਾ ਮਾਤਾ ਪਿਤਾ ਮੰਨਦੀ ਸੀ ਔਰ ਬਾਈਬਲ 'ਚ ਲਿਖਿਆ ਉਹਦੀਆਂ ਗੱਲਾਂ ਨੂੰ ਧਿਆਨ ਦੇ ਨਾਲ ਸੁਣਦੀ ਸੀ ਔਰ ਪਰਮੇਸ਼ਵਰ ਦੇ ਹੁਕਮਾਂ ਦੇ ਵਿੱਚ ਉਹ ਚੱਲਦੀ ਸੀਗੀ। ਇੱਥੇ ਬਾਈਬਲ ਦੇ ਵਿੱਚ ਲਿਖਿਆ ਐਸਤਰ ਰਾਣੀ ਬਣਾਈ ਗਈ ਇਸ ਕਰਕੇ ਕਿ ਪਰਮੇਸ਼ਵਰ ਦੀ ਜ਼ਿੰਦਗੀ ਦੇ ਵਿੱਚ ਇੱਕ ਪਲੈਨਿੰਗ ਸੀ, ਪਰਮੇਸ਼ਵਰ ਦੀ ਜ਼ਿੰਦਗੀ ਦੇ ਵਿੱਚ ਇੱਕ ਯੋਜਨਾ ਸੀਗੀ ਆਪਣੇ ਲੋਕਾਂ ਨੂੰ, ਯਹੂਦੀਆਂ ਨੂੰ ਬਚਾਉਣ ਦੇ ਲਈ। ਕਿਉਂਕਿ ਬਾਈਬਲ 'ਚ ਲਿਖਿਆ ਹਮਾਨ ਨਾਮਕ ਇੱਕ ਬੰਦੇ ਨੇ ਸੋਚਿਆ ਕਿ ਮੈਂ ਸਾਰੀ ਯਹੂਦੀ ਕੌਮ ਨੂੰ ਖਤਮ ਕਰ ਦਾਂਗਾ ਔਰ ਉਹ ਰਾਜੇ ਦੇ ਸਾਹਮਣੇ ਆਪਣੇ ਸਿਸਟਮ ਨੂੰ, ਆਪਣੇ ਸੋਚ ਨੂੰ ਲੈ ਕੇ ਆਇਆ ਕਿ ਰਾਜਾ ਇਹ ਜਾਤੀ ਜਿਹੜੀ ਹੈ ਬੜੀ ਖਤਰਨਾਕ ਜਾਤੀ ਹੈ, ਇਹ ਹਮੇਸ਼ਾ ਵਿਦਰੋਹ ਕਰਨ ਵਾਲੀ ਜਾਤੀ ਹੈ। ਉਹਨੇ ਝੂਠ ਰਾਜੇ ਦੇ ਮਨ ਦੇ ਵਿੱਚ ਪਾ ਕੇ ਉਹਨੂੰ ਮਨਾ ਲਿਆ ਕਿ ਇਹ ਜਾਤੀ ਖਤਮ ਕੀਤੀ ਜਾਵੇ। ਪਰ ਬਾਈਬਲ 'ਚ ਲਿਖਿਆ ਉਹਨੂੰ ਇਹ ਨਹੀਂ ਸੀ ਪਤਾ ਕਿ ਐਸਤਰ ਦੀ ਜਿਹੜੀ ਜਾਤੀ ਹੈ ਉਹ ਕਿਹੜੀ ਹੈ। ਉਹਨੂੰ ਨਹੀਂ ਸੀ ਪਤਾ ਕਿ ਐਸਤਰ ਵੀ ਉਸੇ ਯਹੂਦੀ ਜਾਤੀ ਦੇ ਵਿੱਚੋਂ ਹੈ। ਔਰ ਜਦੋਂ ਐਸਤਰ ਨੂੰ ਇਹ ਗੱਲ ਪਤਾ ਲੱਗੀ ਕਿ ਅਸੀਂ ਸਭ ਨਾਸ਼ ਹੋਣ ਵਾਲੇ ਹਾਂ ਔਰ ਰਾਜੇ ਨੇ ਆਗਿਆ ਕੱਢ ਦਿੱਤੀ ਆਪਣੀ ਅੰਗੂਠੀ ਦੀ ਮੋਹਰ ਲਾ ਕੇ, ਜਦੋਂ ਬਾਈਬਲ 'ਚ ਲਿਖਿਆ ਅੰਗੂਠੀ ਦੀ ਮੋਹਰ ਲਾ ਦਿੰਦੇ ਸੀ ਰਾਜੇ ਤੇ, ਇਹਦਾ ਮਤਲਬ ਉਹ ਰਾਜਾ ਵੀ ਉਸ ਆਗਿਆ ਨੂੰ ਦੁਆਰਾ ਕਲੋਜ਼ ਜਾਂ ਬੰਦ ਨਹੀਂ ਸੀ ਜਾਂ ਟਾਲ ਨਹੀਂ ਸੀ ਸਕਦਾ। ਇਸੇ ਤਰ੍ਹਾਂ ਬਾਈਬਲ ਦੇ ਵਿੱਚ ਲਿਖਿਆ ਜਦੋਂ ਐਸਤਰ ਨੂੰ ਇਹ ਗੱਲ ਪਤਾ ਚੱਲੀ, ਉਹਨੇ ਮੁਰਦਕੇ ਨੂੰ ਬੁਲਾਇਆ ਤੇ ਉਹਨੇ ਕਿਹਾ ਕਿ ਜਾਓ ਤੇ ਰੋਜ਼ੇ ਰੱਖੋ, ਜਾਓ ਤੇ ਉਪਵਾਸ ਰੱਖੋ, ਵਰਤ ਰੱਖੋ, 3 ਦਿਨ ਰਾਤ ਨਾ ਖਾਓ ਤੇ ਨਾ ਪੀਓ। ਅੱਜ ਅਸੀਂ ਦੇਖਦੇ ਹਾਂ ਕਿ ਉਹਨੇ ਕਿਹਾ ਕਿ ਫਿਰ ਮੈਂ ਨਿਯਮ ਦੇ ਖਿਲਾਫ ਵੀ ਰਾਜਾ ਦੇ ਕੋਲ ਜਾਵਾਂਗੀ ਤੇ ਰਾਜਾ ਜੇ ਨਾਸ਼ ਹੋ ਗਈ ਤਾਂ ਹੋ ਗਈ, ਜੇ ਬਚ ਗਈ ਤੇ ਬਚ ਗਈ। ਔਰ ਬਾਈਬਲ 'ਚ ਲਿਖਿਆ ਰਾਜੇ ਦੇ ਕੋਲ ਜਦੋਂ ਜਾਂਦਾ ਸੀ ਕੋਈ ਵੀ ਤਾਂ ਬਿਨਾਂ ਆਗਿਆ ਤੋਂ ਨਹੀਂ ਸੀ ਜਾਂਦਾ, ਬਿਨਾਂ ਅਪਾਇੰਟਮੈਂਟ ਦੇ ਨਹੀਂ ਸੀ ਜਾਂਦਾ। ਪਰ ਬਾਈਬਲ 'ਚ ਲਿਖਿਆ ਇਹ ਬਿਨਾਂ ਆਗਿਆ ਦੇ ਅੰਦਰ ਗਈ ਔਰ ਰਾਜਾ ਦੇ ਲੋਕਾਂ ਨੂੰ ਇਹ ਹੁਕਮ ਸੀਗਾ ਕਿ ਜਦੋਂ ਕੋਈ ਬਿਨਾਂ ਆਗਿਆ ਅੰਦਰ ਆਵੇ ਉਹਨੂੰ ਮਾਰ ਦਿੱਤਾ ਜਾਵੇ। ਪਰ ਜਿਹਦੇ ਵੱਲ ਰਾਜਾ ਆਪਣੀ ਛੜੀ ਇੱਦਾਂ ਵਧਾਉਂਦਾ ਸੀਗਾ ਉਹ ਬੰਦਾ ਹਮੇਸ਼ਾ ਬਚ ਜਾਂਦਾ ਸੀਗਾ ਔਰ ਗਾਰਡ ਜਿਹੜੇ ਸੀਗੇ, ਸੈਨਿਕ, ਉਹਨੂੰ ਛੱਡ ਦਿੰਦੇ ਹੁੰਦੇ ਸੀ। ਜਦੋਂ ਰਾਣੀ ਐਸਤਰ ਅੰਦਰ ਗਈ ਰਾਜੇ ਦੇ ਕੋਲ ਤੇ ਰਾਜੇ ਨੇ ਆਪਣੀ ਨੋਕ ਵਧਾਤੀ ਕਿ ਰਾਣੀ ਨੂੰ ਕੁਛ ਨਾ ਕਿਹਾ ਜਾਵੇ। ਬਾਈਬਲ 'ਚ ਲਿਖਿਆ ਰਾਣੀ ਦਾ ਸੁਭਾਅ ਜਿਹੜਾ ਸੀਗਾ ਉਹ ਬਹੁਤ ਵਧੀਆ ਸੀਗਾ। ਉਹ ਲਾਲਚੀ ਨਹੀਂ ਸੀਗੀ, ਉਹ ਚੋਰ ਨਹੀਂ ਸੀਗੀ, ਉਹ ਵਿਭਿਚਾਰੀ ਨਹੀਂ ਸੀ, ਪਵਿੱਤਰਤਾਈ ਦੇ ਵਿੱਚ ਸੀ। ਰਾਜੇ ਨੂੰ ਬਹੁਤ ਪਸੰਦ ਸੀ ਤੇ ਰਾਜੇ ਨੇ ਉਹਨੂੰ ਅੰਦਰ ਆਉਣ ਦਿੱਤਾ। ਔਰ ਉਸ ਤੋਂ ਬਾਅਦ ਉਹਨੇ ਰਾਜੇ ਨੂੰ ਕਿਹਾ ਕਿ ਰਾਜਾ ਅੱਜ ਤੂੰ ਮੇਰੇ ਕੋਲ ਖਾਣੇ ਦੇ ਲਈ ਆਏਗਾ ਤੇ ਰਾਜੇ ਨੇ ਇਸ ਗੱਲ ਨੂੰ ਕਬੂਲ ਕੀਤਾ। ਔਰ ਜਦੋਂ ਸਾਰੀ ਸਟੋਰੀ ਤੁਸੀਂ ਖੁਦ ਪੜ੍ਹੋਗੇ ਤੁਹਾਨੂੰ ਇਹਨਾਂ ਚੀਜ਼ਾਂ ਦਾ ਸਮਝ ਆਏਗਾ। ਲੇਕਿਨ ਜਿਹੜੀ ਚੀਜ਼ ਤੇ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਉਹ ਚੀਜ਼ ਇਹ ਹੈ ਕਿ ਬਾਈਬਲ ਦੇ ਵਿੱਚ ਲਿਖਿਆ ਜਦੋਂ ਐਸਤਰ ਨੂੰ ਇਹ ਗੱਲ ਪਤਾ ਚੱਲੀ ਕਿ ਮੈਂ ਹੁਣ ਮਾਰੀ ਜਾਵਾਂਗੀ, ਮੇਰਾ ਸਾਰਾ ਜਿਹੜਾ ਯਹੂਦੀ ਕੌਮ ਜਿਹੜੀ ਮਾਰੀ ਜਾਊਗੀ, ਬਾਈਬਲ 'ਚ ਲਿਖਿਆ ਉਹਨੇ ਰੋਜ਼ੇ ਰੱਖੇ ਪਰਮੇਸ਼ਵਰ ਦੇ ਸਾਹਮਣੇ ਔਰ ਆਪਣੇ ਲੋਕਾਂ ਨੂੰ ਵੀ ਕਿਹਾ ਕਿ ਜਾਓ ਤੇ ਸਾਰੇ ਯਹੂਦੀਆਂ ਨੂੰ ਕਹੋ ਕਿ ਰੋਜ਼ੇ ਰੱਖਣ, ਉਪਵਾਸ ਕਰਨ ਔਰ ਮੇਰੇ ਲਈ ਪ੍ਰਾਰਥਨਾ ਕਰਨ ਤੇ ਮੈਂ ਜਾ ਕੇ ਆਪਣੀ ਸਹੇਲੀਆਂ ਦੇ ਨਾਲ ਪ੍ਰਾਰਥਨਾ ਕਰਾਂਗੀ ਪਰਮੇਸ਼ਵਰ ਦੇ ਅੱਗੇ ਕਿ ਪਰਮੇਸ਼ਵਰ ਮੈਨੂੰ ਅਨੁਗ੍ਰਹਿ ਦੇਵੇ ਇਸ ਪ੍ਰੋਬਲਮ ਤੋਂ ਬਾਹਰ ਆਉਣ ਦਾ। ਅੱਜ ਲੋਕ ਕਹਿੰਦੇ ਕਿ ਅਸੀਂ 20 ਸਾਲ ਤੋਂ ਅਸੀਂ ਚਰਚ ਜਾ ਰਹੇ ਹਾਂ ਲੇਕਿਨ ਅਸੀਂ ਕਰਜ਼ਿਆਂ ਤੋਂ ਆਜ਼ਾਦ ਕਿਉਂ ਨਹੀਂ ਹਾਂ, ਅਸੀਂ ਬਿਮਾਰੀ ਤੋਂ ਆਜ਼ਾਦ ਕਿਉਂ ਨਹੀਂ ਹਾਂ, ਅਸੀਂ ਬਲੈਸ ਕਿਉਂ ਨਹੀਂ ਹਾਂ। ਕਿੰਨੇ ਰੋਜ਼ੇ ਰੱਖਦੇ ਹੋ ਇੱਕ ਹਫ਼ਤੇ ਦੇ ਵਿੱਚ ਤੁਸੀਂ? ਕਿੰਨੇ ਉਪਵਾਸ ਕਰਦੇ ਹੋ ਦੱਸੋ ਇੱਕ ਹਫ਼ਤੇ ਦੇ ਵਿੱਚ ਤੁਸੀਂ? ਕਿੰਨੇ ਘੰਟੇ ਦੀ ਪ੍ਰਾਰਥਨਾ ਕਰਦੇ ਹੋ ਰੋਜ਼? ਦੈਨੀਅਲ 3 ਵਾਰੀ ਪਰਮੇਸ਼ਵਰ ਦੇ ਸਾਹਮਣੇ ਜਾਂਦਾ ਸੀ, ਧੰਨਵਾਦ ਤੇ ਪ੍ਰਾਰਥਨਾ ਕਰਦਾ ਸੀ। ਅਗਰ ਇੱਕ ਘੰਟਾ ਵੀ ਅਸੀਂ ਲਾਈਏ ਤੇ 3 ਘੰਟੇ ਮਿਨੀਮਮ, ਘੱਟ ਤੋਂ ਘੱਟ 3 ਘੰਟੇ ਉਹ ਪ੍ਰਾਰਥਨਾ ਕਰਦਾ ਸੀਗਾ। ਬਾਈਬਲ 'ਚ ਲਿਖਿਆ ਯੀਸ਼ੂ ਮਸੀਹ ਦੇ ਨਾਲ ਜਦੋਂ ਪਤਰਸ ਪ੍ਰਾਰਥਨਾ ਕਰ ਰਿਹਾ ਸੀ, ਪਰਮੇਸ਼ਵਰ ਨੇ ਕਿਹਾ ਪਤਰਸ ਕਿ ਤੂੰ 1 ਘੰਟਾ ਵੀ ਮੇਰੇ ਨਾਲ ਜਾਗ ਨਹੀਂ ਸਕਿਆ, ਕਿ ਕਮ ਸੇ ਕਮ ਤੂੰ 1 ਘੰਟਾ ਵੀ ਮੇਰੇ ਨਾਲ ਇੱਕ ਟਾਈਮ ਦੀ ਪ੍ਰੇਅਰ ਨਹੀਂ ਕਰ ਸਕਿਆ। ਦੈਨੀਅਲ 3 ਟਾਈਮ ਪਰਮੇਸ਼ਵਰ ਦੇ ਸਾਹਮਣੇ ਜਾਂਦਾ, 3 ਵਾਰੀ
और लिखा यरूशलेम वाल खिड़कियां खोल के प्रेयर करता हुंदा सी। 3 ਵਾਰੀ ਉਹ 3 दिन 3 घंटे कम से कम 3 घंटे ਉਹ प्रार्थना करता ਸੀਗਾ। ਐਸਤਰ ਬਾਈਬਲ 'ਚ ਲਿਖਿਆ ਜਦੋਂ ਉਹਨੂੰ ਮੁਸੀਬਤ ਆਈ ਐਸਤਰ ਨੇ ਰੋਜ਼ੇ ਰੱਖੇ। ਅੱਜ ਕਿੰਨੇ ਰੋਜ਼ੇ ਰੱਖਦੇ ਹੋ ਤੁਸੀਂ? ਕਿੰਨੀ ਪ੍ਰੇਅਰ ਹੈ ਤੁਹਾਡੀ? ਦੱਸੋ। ਤੁਸੀਂ ਚਾਹੁੰਦੇ ਹੋ ਤੁਹਾਨੂੰ ਅੰਨੇਪਨ ਤੋਂ ਪਰਮੇਸ਼ਵਰ ਆਜ਼ਾਦ ਕਰ ਦੇ, ਤੁਹਾਨੂੰ ਅੱਖਾਂ ਦੇ ਦੇਵੇ, ਤੁਹਾਡੀ ਕਿਡਨੀਆਂ ਠੀਕ ਹੋ ਜਾਣ, ਤੁਹਾਡਾ ਕੈਂਸਰ ਠੀਕ ਹੋ ਜਾਏ। ਕਿੰਨੀ ਮਿਹਨਤ ਕਰਦੇ ਹੋ ਤੁਸੀਂ ਬੋਲਦੇ ਹੋ ਕਿ ਮੈਂ ਰੋਜ਼ੇ ਨਹੀਂ ਰੱਖ ਸਕਦਾ, ਮੈਨੂੰ ਸ਼ੂਗਰ ਹੈ। ਇਹ ਸ਼ੂਗਰ ਕਦੀ ਨਹੀਂ ਜਾਣੀ ਜਦ ਤੱਕ ਤੁਸੀਂ ਰੋਜ਼ੇ ਨਹੀਂ ਰੱਖੋਗੇ। ਮੈਂ ਇਹ ਨਹੀਂ ਕਹਿੰਦਾ ਕਿ ਡਾਕਟਰ ਦੇ ਖਿਲਾਫ ਚੱਲੋ, ਤੁਸੀਂ ਬੁੱਧੀਮਨੀ ਨਾਲ ਚੱਲ ਸਕਦੇ ਹੋ। ਅਸੀਂ ਇੱਕ ਟਾਈਮ ਦਾ ਰੋਜ਼ਾ ਰੱਖ ਸਕਦੇ ਹਾਂ, ਅਸੀਂ ਮਿਹਨਤ ਕਰ ਸਕਦੇ। ਕੁਝ ਤਾਂ ਪਰਮੇਸ਼ਵਰ ਨੂੰ ਅਸੀਂ ਦਈਏ। ਜੇ 100 ਨਹੀਂ ਦੇ ਸਕਦੇ ਤਾਂ 70 ਤੇ ਦਈਏ, ਤੇ 80 ਤੇ ਦਈਏ, ਤੇ 90 ਤਾਂ ਦਈਏ। ਅਸੀਂ ਅਗਰ ਰੋਜ਼ਾ ਰੱਖ ਕੇ ਪੂਰਾ ਦਿਨ ਪ੍ਰਾਰਥਨਾ ਨਹੀਂ ਕਰ ਸਕਦੇ 8 ਘੰਟੇ, ਤਾਂ ਅਸੀਂ 2 ਘੰਟੇ ਤਾਂ ਪਰਮੇਸ਼ਵਰ ਨੂੰ ਦਈਏ, 3 ਘੰਟੇ ਤਾਂ ਪਰਮੇਸ਼ਵਰ ਨੂੰ ਦਈਏ। ਫਿਰ ਉਹ ਟਾਈਮ ਵੀ ਆਏਗਾ ਜਦੋਂ ਤੁਸੀਂ ਪੂਰਾ ਦਿਨ ਪ੍ਰਾਰਥਨਾ ਕਰ ਪਾਓਗੇ। ਬੁਖਾਰ ਦਾ ਰੋਗ ਜਿਹੜਾ ਉਹ ਕਰੋਸਿਨ ਨਾਲ ਜਾ ਸਕਦਾ, ਨਾਰਮਲ ਬੁਖਾਰ, ਪਰ ਜਿਹੜਾ ਬੁਖਾਰ ਤੁਹਾਨੂੰ ਟੀਬੀ ਦੇ ਨਾਲ ਹੋਵੇ ਉਹ ਕਰੋਸਿਨ ਨਾਲ ਕਿੱਦਾਂ ਜਾਏਗਾ? ਉਹ ਟੀਬੀ ਦੀ ਦਵਾਈ ਖਾਣ ਦੇ ਨਾਲ ਜਾਏਗਾ। ਡਿਸਪ੍ਰਿਨ ਦੀ ਗੋਲੀ ਖਾ ਕੇ ਨਾਰਮਲ ਸਿਰ ਦਰਦ ਠੀਕ ਹੋ ਸਕਦਾ ਹੈ, ਪਰ ਮਾਈਗ੍ਰੇਨ ਕਿੱਦਾਂ ਠੀਕ ਹੋਏਗਾ? ਕਿਉਂਕਿ ਮਾਈਗ੍ਰੇਨ ਲਈ ਹੈਵੀ ਡੋਜ਼ ਚਾਹੀਦੀ, ਟੀਬੀ ਲਈ ਹੈਵੀ ਡੋਜ਼ ਚਾਹੀਦੀ। ਆਮ ਕਮਜ਼ੋਰੀ ਦਵਾਈ ਖਾ ਕੇ, ਖਾਣਾ ਖਾ ਕੇ ਠੀਕ ਹੋ ਸਕਦੀ, ਬਦਾਮ ਖਾ ਕੇ ਠੀਕ ਹੋ ਸਕਦੀ, ਪਰ ਜਿਹੜੀ ਕਮਜ਼ੋਰੀ ਤੁਹਾਨੂੰ ਕੈਂਸਰ ਦੇ ਨਾਲ ਹੋਵੇ ਉਹ ਕਿੱਦਾਂ ਹੋ ਸਕਦੀ? ਉਹ ਤਾਂ ਇਲਾਜ ਦੇ ਨਾਲ ਹੋਏਗੀ, ਕੈਂਸਰ ਦੂਰ ਕਰਕੇ ਹੋਏਗੀ। ਜਿਹੜੀ ਪ੍ਰੋਬਲਮ ਤੁਹਾਨੂੰ ਇੰਨੀ ਵੱਡੀ ਹੈ ਉਹ ਤੁਹਾਡੀ 15 ਮਿੰਟ ਦੀ ਪ੍ਰੇਅਰ ਨਾਲ ਕਿੱਦਾਂ ਹੱਲ ਹੋਏਗੀ? ਤੁਹਾਡੀ 15 ਮਿੰਟ ਦੀ ਪ੍ਰੇਅਰ ਤੇ ਕਦੀ ਨਾ ਰੋਜ਼ਾ ਰੱਖਣਾ ਤੁਹਾਡੇ ਹਸਬੈਂਡ ਨੂੰ ਕਿੱਦਾਂ ਬਦਲੇਗਾ, ਤੁਹਾਡੇ ਬੱਚਿਆਂ ਨੂੰ ਕਿੱਦਾਂ ਬਦਲੇਗਾ? ਤੁਸੀਂ ਫੈਸਲਾ ਕਰਨਾ ਹੈ ਅੱਜ। ਪਰਮੇਸ਼ਵਰ ਨੇ ਯਹੋਸ਼ੂ ਨੂੰ ਕਿਹਾ ਸੀਗਾ, ਉਹ ਦੇਖ ਦੇਸ਼ ਮੈਂ ਤੈਨੂੰ ਦਿੰਨਾ ਹਾਂ, ਪਰ ਜਾ ਤੇ ਲੜ। ਬਿਨਾਂ ਲੜਾਈ ਕੋਈ ਸ਼ਾਂਤੀ ਨਹੀਂ। ਪਰ ਤੁਹਾਡੀ ਲੜਾਈ ਕਿਹਦੇ ਨਾਲ ਹੈ? ਸਿੱਖਾਂ ਨਾਲ, ਹਿੰਦੂਆਂ ਨਾਲ, ਕ੍ਰਿਸਚਨ ਲੋਕਾਂ ਨਾਲ, ਕੈਥੋਲਿਕ ਲੋਕਾਂ ਨਾਲ? ਨੋ, ਤੁਹਾਡੀ ਲੜਾਈ ਸ਼ੈਤਾਨ ਦੇ ਨਾਲ ਔਰ ਆਪਣੇ ਪਾਪਾਂ ਦੇ ਨਾਲ ਹੈ। ਇਸ ਲਈ ਐਸਤਰ ਜਾ ਕੇ ਹਮਾਨ ਦੇ ਨਾਲ ਨਹੀਂ ਲੜੀ। ਤੂੰ ਐਦਾਂ ਕਿਉਂ ਕਿਹਾ ਰਾਜੇ ਨੂੰ, ਤੂੰ ਐਦਾਂ ਦੀ ਆਗਿਆ ਕਿਉਂ ਕੱਢੀ? ਜਾਂ ਉਹਨਾਂ ਨੇ ਹਮਾਨ ਦੇ ਖਿਲਾਫ ਕੋਈ ਤਲਵਾਰ ਨਹੀਂ ਚੱਕੀ, ਜਾਂ ਹਮਾਨ ਨੂੰ ਮਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਦੀ ਲੜਾਈ ਜਿਹੜੀ ਸੀਗੀ ਉਹ ਸ਼ੈਤਾਨ ਦੇ ਨਾਲ ਸੀ। ਸ਼ੈਤਾਨ ਹਮਾਨ ਦੇ ਵਿੱਚੋਂ ਤੰਗ ਕਰਨ ਦੀ ਕੋਸ਼ਿਸ਼ ਔਰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਅੱਜ ਜੇ ਪਰਮੇਸ਼ਵਰ ਆਪਣੇ ਦਾਸਾਂ ਨੂੰ ਇਸਤੇਮਾਲ ਕਰਦਾ ਚੰਗਿਆਈ ਦੇਣ ਦੇ ਲਈ, ਭਵਿੱਖਬਾਣੀ ਦੇ ਲਈ, ਬਰਕਤ ਦੇਣ ਦੇ ਲਈ, ਤੇ ਸ਼ੈਤਾਨ ਵੀ ਆਪਣੇ ਦਾਸਾਂ ਨੂੰ ਇਸਤੇਮਾਲ ਕਰਦਾ ਪਰਮੇਸ਼ਵਰ ਦੇ ਲੋਕਾਂ ਨੂੰ ਤੰਗ ਕਰਨ ਦੇ ਲਈ ਔਰ ਖਤਮ ਕਰਨ ਦੇ ਲਈ। ਪਰ ਅਗਰ ਪਰਮੇਸ਼ਵਰ ਦੇ ਲੋਕ ਬੁੱਧੀਮਾਨ ਨੇ, ਸ਼ੈਤਾਨ ਕਦੀ ਵੀ ਆਪਣੇ ਲੋਕਾਂ ਦੇ ਵਿੱਚੋਂ ਉਹਨਾਂ ਨੂੰ ਖਤਮ ਨਹੀਂ ਕਰ ਪਾਉਂਦਾ। ਸ਼ੈਤਾਨ ਜਦੋਂ ਵੀ ਆਪਣੇ ਲੋਕਾਂ ਨੂੰ ਯੂਜ਼ ਕਰਦਾ ਉਹਨਾਂ ਲੋਕਾਂ ਦੇ ਖਿਲਾਫ ਜਿਹੜੇ ਪਰਮੇਸ਼ਵਰ ਦੇ ਵਿੱਚ ਨੇ। ਅਗਰ ਪਰਮੇਸ਼ਵਰ ਦੇ ਲੋਕ ਬੁੱਧੀਮਾਨ ਨੇ, ਆਪਣੀ ਲੜਾਈ ਨੂੰ ਸਮਝਦੇ ਨੇ ਕਿ ਸਾਡੀ ਲੜਾਈ ਕਿਸੇ ਹਿੰਦੂ, ਸਿੱਖ, ਕੈਥੋਲਿਕ ਜਾਂ ਪੈਂਟੀਕੋਸਟਲ ਭੈਣ ਭਰਾ ਦੇ ਨਾਲ ਨਹੀਂ ਹੈ। ਸਾਡੀ ਲੜਾਈ ਜਿਹੜੀ ਉਹ ਆਪਣੇ ਪਾਪਾਂ ਦੇ ਨਾਲ ਔਰ ਸ਼ੈਤਾਨ ਦੀ ਸ਼ਕਤੀਆਂ ਦੇ ਨਾਲ ਹੈ, ਜਿਨ੍ਹਾਂ ਦਾ ਹੈੱਡ ਆਫਿਸ ਆਸਮਾਨ ਦੇ ਉੱਤੇ। ਅਗਰ ਐਸਤਰ ਕਹਿੰਦੀ ਕਿ ਮੈਂ ਹਮਾਨ ਨੂੰ ਮਰਵਾ ਦੇਣਾ, ਔਰ ਮੁਰਦਕੇ ਵੀ ਗੁੱਸਾ ਕਰਦਾ ਔਰ ਚੋਰੀ ਛਿਪੇ ਉਹਨੂੰ ਮਰਵਾਉਣ ਦੀ ਕੋਸ਼ਿਸ਼ ਕਰਦਾ, ਸ਼ਾਇਦ ਉਹ ਮਰਵਾ ਦਿੰਦੇ ਹਮਾਨ ਨੂੰ, ਪਰ ਉਹਨਾਂ ਦੀ ਪੂਰੀ ਯਹੂਦੀ ਕੌਮ ਨੂੰ ਨਾਸ਼ ਹੋਣ ਤੋਂ ਕੋਈ ਨਹੀਂ ਬਚਾ ਸਕਦਾ ਸੀ। ਕਿਉਂਕਿ ਜਿੱਦਾਂ ਹੀ ਉਹਨਾਂ ਨੇ ਪਰਮੇਸ਼ਵਰ ਦੇ ਵਚਨ ਦੇ ਖਿਲਾਫ ਹੋ ਕੇ ਕੰਮ ਕਰਨਾ ਸੀਗਾ, ਪਰਮੇਸ਼ਵਰ ਦੇ ਹੱਥ ਨੇ ਚੱਲ ਜਾਣਾ ਸੀ ਉਹਨਾਂ ਦੀ ਜ਼ਿੰਦਗੀ ਦੇ ਉੱਤੋਂ। ਅੱਜ ਦੇਖਦੇ ਆ ਕਿ ਕ੍ਰਿਸਚਨ ਬੰਦੇ ਨੂੰ ਕਿਸੇ ਨੇ ਧੋਖਾ ਦੇ ਦਿੱਤਾ, ਹੁਣ ਉਹ ਵੀ ਉਹਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਿਹਾ, ਉਹ ਵੀ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ। ਉਸੇ ਵੇਲੇ ਪਰਮੇਸ਼ਵਰ ਦਾ ਹੱਥ ਉੱਠ ਜਾਂਦਾ ਤੁਹਾਡੀ ਜ਼ਿੰਦਗੀ ਦੇ ਵਿੱਚੋਂ। ਫਿਰ ਤੁਸੀਂ ਹੋ ਤੇ ਉਹ ਤੁਸੀਂ ਆਪਣੇ ਬਲਬੂਤੇ ਤੇ ਕਰ ਰਹੇ ਹੋ, ਪਰਮੇਸ਼ਵਰ ਤੁਹਾਡੇ ਨਾਲ ਨਹੀਂ ਹੈ। ਪਰ ਐਸਤਰ ਨੇ ਕਿਹਾ ਕਿ ਜਾਓ ਤੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰੋ, ਤੇ ਉਪਵਾਸ ਰੱਖੋ, ਤੇ ਰੋਜ਼ੇ ਰੱਖੋ। ਮੈਂ ਵੀ ਰੱਖਾਂਗੀ, ਤੁਸੀਂ ਵੀ ਰੱਖੋ, ਤੇ ਤੁਸੀਂ ਮੇਰੇ ਲਈ ਰੱਖੋ। ਮੈਂ ਪਰਮੇਸ਼ਵਰ ਅੱਗੇ ਜਾਵਾਂਗੀ ਔਰ ਪ੍ਰੇਅਰ ਕਰਾਂਗੇ। ਮੈਂ ਰਾਜੇ ਨੂੰ ਮਨਾਵਾਂਗੀ ਕਿ ਮੇਰਾ ਖਾਣਾ ਖਾਣ ਲਈ ਆਵੇ। ਫਿਰ ਮੈਂ ਰਾਜੇ ਨੂੰ ਹੌਲੀ ਹੌਲੀ ਸਾਰੀਆਂ ਗੱਲਾਂ ਦੱਸਾਂਗੀ ਔਰ ਮੈਂ ਪਰਮੇਸ਼ਵਰ ਦੇ ਅਨੁਗ੍ਰਹ ਗ੍ਰੇਸ ਦੇ ਨਾਲ ਚੱਲਾਂਗੀ। ਉਹ ਮਨਾਇਆ ਉਹਨੇ ਰਾਜੇ ਨੂੰ ਕਿ ਰਾਜਾ ਮੇਰੀ ਜਾਤੀ ਯਹੂਦੀ ਹੈ, ਔਰ ਹਮਾਨ ਨੇ ਇਸ ਕਰਕੇ ਲੋਕਾਂ ਨੂੰ ਨਾਸ਼ ਕਰਨ ਲਈ ਕਿਹਾ ਕਿ ਮੈਂ ਨਾਸ਼ ਹੋ ਜਾਵਾਂ। ਔਰ ਰਾਜਾ ਉਹਦੇ ਨਾਲ ਪਿਆਰ ਕਰਦਾ ਸੀ। ਰਾਜੇ ਨੇ ਹਮਾਨ ਨੂੰ ਮਰਵਾ ਦਿੱਤਾ ਔਰ ਸਾਰੀ ਕੌਮ ਬਚਾਈ ਗਈ। ਲਿਖਿਆ ਜਿਹੜਾ ਗੱਡਾ ਤੇਰੇ ਲਈ ਖੋਦਿਆ ਜਾਊਗਾ ਉਹ ਖੋਦਣ ਵਾਲਾ ਗਿਰੂਗਾ, ਤੂੰ ਬਚ ਜਾਏਗਾ। ਪਰ ਕਦੋਂ? ਜਦੋਂ ਤੇਰੇ ਤੇ ਪਰਮੇਸ਼ਵਰ ਦਾ ਹੱਥ ਹੋਊਗਾ। ਪਰ ਜੇ ਦੂਸਰੇ ਨੂੰ ਤੂੰ ਗੱਡਾ ਖੋਦਦੇ ਦੇਖ ਕੇ ਤੂੰ ਵੀ ਉਹਦੇ ਲਈ ਗੱਡਾ ਖੋਦਣਾ ਸ਼ੁਰੂ ਕਰ ਦੇਵੇਂ, ਤੂੰ ਵੀ ਗਿਰੇਗਾ ਤੇ ਉਹ ਵੀ ਗਿਰੇਗਾ। ਕਿਉਂਕਿ ਜਦੋਂ ਤੂੰ ਲੜਦਾ ਆਪਣੀ ਲੜਾਈ, ਪਰਮੇਸ਼ਵਰ ਆਪਣਾ ਹੱਥ ਪਿੱਛੇ ਕਰ ਲੈਂਦਾ ਔਰ ਇਹ ਸੋਚਦਾ ਕਿ ਇਹ ਆਪਣੀ ਲੜਾਈ ਖੁਦ ਲੜ ਸਕਦਾ, ਤੈਨੂੰ ਲੜ ਲੈਣ ਦੋ। ਹਾਲੇਲੂਇਆ। ਇੱਕ ਛੋਟਾ ਬੱਚਾ ਜਿਹਨੂੰ ਕੋਈ ਆ ਕੇ ਕੁਝ ਕਹਿ ਦੇਵੇ, ਅਗਰ ਉਹ ਜਵਾਬ ਦੇਣ ਜਾਊਗਾ, ਕਿੰਨਾ ਕੁ ਜਵਾਬ ਦੇ ਜੂਗਾ 3-4 ਸਾਲ ਦਾ ਬੱਚਾ। ਪਰ ਜੇ ਉਹਦਾ ਡੈਡੀ ਜਵਾਬ ਦੇਣ ਜਾਏਗਾ, ਤੁਹਾਨੂੰ ਪਤਾ ਉਹ ਕਿੱਦਾਂ ਦਾ ਜਵਾਬ ਦੇਗਾ। ਉਹ ਸਟਰੋਂਗ ਜਵਾਬ ਦੇਗਾ। ਉਹ ਪੁੱਛੇਗਾ ਤੁਸੀਂ ਇੱਦਾਂ ਕਿਉਂ ਕੀਤਾ। ਔਰ ਉਸੇ ਤਰ੍ਹਾਂ ਪਰਮੇਸ਼ਵਰ ਹੈ। ਐਸਤਰ ਨੇ ਲੜਾਈ ਨਹੀਂ ਲੜੀ, ਉਹ ਘਬਰਾਈ ਨਹੀਂ, ਪਿੱਟੀ ਨਹੀਂ, ਰੋਈ ਨਹੀਂ, ਹਾਏ ਮਰ ਗਏ, ਲੁੱਟ ਗਏ, ਬਰਬਾਦ ਹੋ ਗਏ। ਜਾਂ ਉਹਨੇ
ਕੋਈ ਅਨਬਿਬਲੀਕਲ ਜਾਂ ਨਾਨ ਬਿਬਲੀਕਲ ਜਾਂ ਇੱਦਾਂ ਦੀ ਗੱਲ ਕੋਈ ਨਹੀਂ ਕੀਤੀ ਜਿਹੜੀ ਬਾਈਬਲ ਦੇ ਖਿਲਾਫ ਹੋਵੇ। ਜਿਤਨਾ ਹਰ ਬੰਦਾ, ਹਰ ਕ੍ਰਿਸਚਨ ਚਾਹੁੰਦਾ ਉਹਦਾ ਵੀਜ਼ਾ ਲੱਗ ਜਾਏ, ਉਹਦਾ ਬਿਜ਼ਨਸ ਬਲੈਸ ਹੋ ਜਾਏ, ਹਾਏ ਉਹ ਇੱਦਾਂ ਐਂ ਹੋ ਜਾਏ, ਉਹਦੇ ਘਰ ਵਧੀਆ ਰਿਸ਼ਤੇ ਆ ਜਾਣ, ਕਿੱਦਾਂ ਹੋਊਗਾ? ਕਿੰਨੀ ਪ੍ਰੇਅਰ ਹੈ ਤੁਹਾਡੀ? ਪੁੱਛੋ ਆਪਣੇ ਆਪ ਨੂੰ, ਰੱਖੋ ਕੇਸ ਆਪਣਾ ਕੇਸ ਰੱਖੋ ਆਪਣੇ ਸਾਹਮਣੇ, ਪ੍ਰੋਬਲਮ ਰੱਖੋ ਆਪਣੀ ਸਾਹਮਣੇ ਤੇ ਸੋਚੋ ਕਿੰਨੀ ਪ੍ਰੇਅਰ ਹੈ। ਸ਼ਰਮ ਆਏਗੀ ਕਿ ਪ੍ਰੇਅਰ ਮੇਰੀ 15 ਮਿੰਟ ਹੈ ਔਰ ਮੈਂ ਚਾਹੁੰਦਾ ਕਿ ਕਰੋਸਿਨ ਦੀ ਗੋਲੀ ਨਾਲ ਕੈਂਸਰ ਠੀਕ ਹੋ ਜਾਏ, ਟੀਬੀ ਠੀਕ ਹੋ ਜਾਏ। ਕਿੱਦਾਂ ਪੋਸੀਬਲ ਹੈ? ਬਿਮਾਰੀ ਦੇ ਹਿਸਾਬ ਨਾਲ ਦਵਾਈ ਦਿੱਤੀ ਜਾਂਦੀ ਔਰ ਇਲਾਜ ਕੀਤਾ ਜਾਂਦਾ। ਤੁਸੀਂ ਸ਼ੈਤਾਨ ਤੋਂ ਜਿੱਤਣਾ ਚਾਹੁੰਦੇ ਹੋ, ਮਹੀਨੇ 'ਚ 1 ਰੋਜ਼ਾ ਰੱਖ ਕੇ ਕਿੱਦਾਂ ਜਿੱਤ ਸਕਦੇ ਹਾਂ ਆਪਾਂ? ਸੋਚੋ, ਆਪਣੇ ਕੇਸ ਨੂੰ ਰੱਖੋ ਆਪਣੇ ਸਾਹਮਣੇ, ਸੋਚੋ ਕਿੰਨੀ ਪ੍ਰੇਅਰ ਹੈ ਤੁਹਾਡੀ, ਕਿੰਨੇ ਫਾਸਟ ਰੱਖਦੇ ਹੋ, ਕਿੰਨੇ ਉਪਵਾਸ ਰੱਖਦੇ ਹੋ, ਫਿਰ ਕੀ ਐਕਸਪੈਕਟ ਕਰਦੇ ਹੋ? ਪਰਮੇਸ਼ਵਰ ਦਾ ਵਚਨ ਕਿੱਦਾਂ ਪੂਰਾ ਹੋਊਗਾ? ਉਹ ਕਹਿੰਦਾ ਮੰਗੋ ਤਾਂ ਦਿੱਤਾ ਜਾਏਗਾ। ਮੰਗਾਂਗੇ ਕਿੱਦਾਂ ਅਸੀਂ ਜੇ ਪ੍ਰੇਅਰ ਨਹੀਂ ਕਰਾਂਗੇ, ਜੇ ਅਸੀਂ ਫਾਸਟਿੰਗ ਨਹੀਂ ਕਰਾਂਗੇ, ਉਪਵਾਸ ਨਹੀਂ ਕਰਾਂਗੇ, ਰੋਜ਼ੇ ਨਹੀਂ ਰੱਖਾਂਗੇ? ਔਰ ਇਹ ਭੁੱਲ ਜਾਓ, ਐਮਰਜੈਂਸੀ ਕ੍ਰਿਸਚਨ ਕਾਮਯਾਬ ਹੋਣਗੇ। ਕਿਡਨੀਆਂ ਖਰਾਬ ਹੋ ਗਈਆਂ, ਰੋਜ਼ੇ ਰੱਖ ਲਏ, ਹੁਣ ਪ੍ਰਭੂ ਠੀਕ ਕਰ ਦੇ। ਹਾਰਟ ਪ੍ਰੋਬਲਮ ਆ ਗਈ, ਕਿ ਰੋਜ਼ੇ ਰੱਖ ਲਏ। ਐਸਤਰ ਹੁਣੇ ਤੋਂ ਰੋਜ਼ੇ ਨਹੀਂ ਸੀ ਰੱਖੇ ਉਹਨੇ, ਇਹ ਰੋਜ਼ੇ ਰੱਖਣਾ ਜਾਣਦੀ ਸੀਗੀ। ਇਹ ਪਹਿਲਾਂ ਰੈਗੂਲਰ ਰੋਜ਼ੇ ਰੱਖਦੀ ਆ ਰਹੀ ਸੀ, ਇਹਨੇ ਐਮਰਜੈਂਸੀ ਰੋਜ਼ੇ ਨਹੀਂ ਸੀ ਰੱਖੇ। ਜਿਸ ਬੰਦੇ ਨੂੰ ਬਾਰ-ਬਾਰ ਪੈਂਚਰ ਹੋਣ ਤੇ ਸਟੱਪਣੀ ਲਾਉਣ ਦੀ ਆਦਤ ਪਈ ਹੋਵੇ, ਇੱਕ ਦਿਨ ਸਟੱਪਣੀ ਵੀ ਉਹਦੀ ਪੈਂਚਰ ਨਿਕਲਦੀ। ਪਰ ਜਿਹੜਾ ਬੰਦਾ ਪੂਰਾ ਧਿਆਨ ਰੱਖਿਆ ਆਪਣੀਆਂ ਚੀਜ਼ਾਂ ਦਾ, ਉਹ ਸਟੱਪਣੀ ਵੀ ਇੱਕ ਦਿਨ ਯੂਜ਼ ਕਰੇ ਤੇ ਉਹ ਕੋਈ ਪ੍ਰੋਬਲਮ ਨਹੀਂ ਹੁੰਦੀ। ਜਦੋਂ ਤੁਸੀਂ ਖੁਦ ਲੜੋਗੇ, ਪਰਮੇਸ਼ਵਰ ਦਾ ਹੱਥ ਪਿੱਛੇ ਹੋ ਜਾਣਾ ਔਰ ਤੁਸੀਂ ਅੱਗੇ ਰਹਿ ਜਾਣਾ ਸਿਰਫ ਪਰਮੇਸ਼ਵਰ ਤੋਂ ਬਿਨਾਂ। ਔਰ ਫਿਰ ਸ਼ੈਤਾਨ ਨੇ ਕੰਮ ਕਰਨਾ, ਫਿਰ ਤੁਸੀਂ ਸੋਚਣਾ ਕਿ ਮੈਂ ਕੀ ਕਰਾਂ, ਹੁਣ ਮੈਂ ਕੀ ਕਰਾਂ, ਮੈਂ ਫਸ ਗਿਆ, ਮੈਂ ਮਰ ਗਿਆ, ਮੈਂ ਲੁੱਟ ਗਿਆ, ਮੈਂ ਕਰਜ਼ਾਈ ਹੋ ਗਿਆ, ਮੈਂ ਬਰਬਾਦ ਹੋ ਗਿਆ। ਕਿੰਨੀ ਪ੍ਰੇਅਰ ਕਰਦੇ ਹੋ ਤੁਸੀਂ? ਬੌਰਨ ਕ੍ਰਿਸਚਨ ਲੋਕ, ਮਸੀਹੀ ਲੋਕ ਜਿਹੜੇ ਬਚਪਨ ਤੋਂ ਮਸੀਹ ਨੇ, ਮੋਸਟਲੀ ਲੋਕ ਪ੍ਰੇਅਰ ਨਹੀਂ ਕਰਦੇ ਆਪਣੀ ਲਾਈਫ ਦੇ ਵਿੱਚ। ਔਰ ਸਭ ਤੋਂ ਵੱਧ ਪਰਮੇਸ਼ਵਰ ਉਹਨਾਂ ਨੂੰ ਇਸਤੇਮਾਲ ਕਰਦਾ ਜੇ ਉਹ ਸੁਧਰ ਜਾਣ। ਤੇ ਸਮਝ ਆ ਰਹੀ ਸਾਰਿਆਂ ਨੂੰ? ਅਗਰ ਬੌਰਨ ਕ੍ਰਿਸਚਨ ਬੱਚੇ ਜਨਮ ਤੋਂ ਬਣੇ ਮਸੀਹ ਕਹਿੰਦੇ, ਅਗਰ ਉਹ ਸੁਧਰ ਜਾਣ, ਉਹ ਜ਼ਿਆਦਾ ਇਸਤੇਮਾਲ ਹੁੰਦੇ हैं। ਪਰ ਪ੍ਰੇਅਰ ਲਾਈਫ ਜ਼ੀਰੋ, ਸ਼ਰਾਬ ਪੀਣੀ, ਚੋਰੀ ਕਰਨੀ, ਗਾਲਾਂ ਕੱਢਣੀਆਂ, ਨਸ਼ੇ ਕਰਨੇ, ਲੜਨਾ ਆਪਣੇ ਹੱਥਾਂ ਦੇ ਨਾਲ, ਕਿੱਦਾਂ ਕਾਮਯਾਬ ਹੋਵਾਂਗੇ? ਪਰਮੇਸ਼ਵਰ ਨੇ ਕਿਹਾ ਮੈਂ ਸ਼ਰਮਿੰਦਗੀ ਭੇਜਾਂਗਾ ਆਪਣੀ ਕੌਮ ਦੇ ਉੱਤੇ ਜੇ ਮੇਰੀ ਕੌਮ ਮੇਰੇ ਵਚਨਾਂ ਨੂੰ ਤੋੜੇਗੀ। ਬਾਈਬਲ 'ਚ ਲਿਖਿਆ ਤੇਰੀ ਲੜਾਈ ਜਿਹੜੀ ਮਾਂਸ ਤੇ ਲਹੂ ਦੇ ਨਾਲ ਨਹੀਂ ਹੈ, ਤੇਰੀ ਲੜਾਈ ਜਿਹੜੀ ਅੰਧਕਾਰ ਦੀਆਂ ਸ਼ਕਤੀਆਂ ਦੇ ਨਾਲ ਹੈ। ਅੱਜ ਇੱਕ ਸੇਵਕ ਦੂਸਰੇ ਨੂੰ ਕਹਿੰਦਾ, ਓਏ ਤੂੰ ਮੇਰੀ ਰੂਹ ਲੈ ਗਿਆ, ਔਰ ਤੂੰ ਮੇਰੀ ਚਰਚ ਪੜਤੀ, ਔਰ ਤੂੰ ਮੇਰੀ। ਇੱਕ ਕੋਈ ਵੀ ਬੰਦਾ ਚਰਚ ਨਹੀਂ ਕਿਸੇ ਦੀ ਲੈ ਸਕਦਾ। ਅਗਰ ਤੁਹਾਨੂੰ ਪਰਮੇਸ਼ਵਰ ਦੇ ਉੱਤੇ ਭਰੋਸਾ ਹੈ, ਤੁਸੀਂ ਬਾਈਬਲ ਦੇ ਉੱਤੇ ਵਚਨ ਦੀ ਗਹਿਰਾਈ ਨਾਲ ਚੱਲਣ ਵਾਲੇ ਲੋਕ ਹੋ, ਤੁਸੀਂ ਖਿਲਾਫਤ ਕਰਨ ਵਾਲੇ ਲੋਕ ਨਹੀਂ ਹੋ, ਤੁਸੀਂ ਦੂਸਰੇ ਦੀ ਉਨਤੀ ਨਾਲ ਜਲਣ ਵਾਲੇ ਲੋਕ ਨਹੀਂ ਹੋ, ਤੁਸੀਂ ਦੂਜੇ ਨੂੰ ਸ਼ੈਤਾਨ ਕਹਿਣ ਵਾਲੇ ਲੋਕ ਨਹੀਂ ਹੋ। ਤੁਸੀਂ ਇਹ ਸੋਚੋ ਕਿ ਤੁਹਾਨੂੰ ਪਰਮੇਸ਼ਵਰ ਨੇ ਕਾਹਦੇ ਲਈ ਬੁਲਾਇਆ। ਤੁਸੀਂ ਬਾਈਬਲ ਨੂੰ ਪੜ੍ਹੋ, ਤੁਸੀਂ ਗਹਿਰਾਈ 'ਚ ਜਾਓ, ਤੁਸੀਂ ਮਸਾ ਮੰਗੋ ਰੱਬ ਦੇ ਕੋਲੋਂ, ਪਵਿੱਤਰਤਾਈ ਦੇ ਵਿੱਚ ਚੱਲੋ, ਲਾਲਚ ਤੋਂ ਬਿਨਾਂ ਚੱਲੋ। ਦੇਖੋ ਪਰਮੇਸ਼ਵਰ ਕੰਮ ਕਰਦਾ ਕਿ ਨਹੀਂ ਕਰਦਾ, ਦੇਖੋ ਤੁਸੀਂ ਬਿਜ਼ੀ ਹੁੰਦੇ ਹੋ ਕਿ ਨਹੀਂ ਹੁੰਦੇ। ਜਦੋਂ ਅਸੀਂ ਇਸ ਚਰਚ ਦੇ ਵਿੱਚ ਆਏ ਸੀਗੇ, 7.25 ਏਕੜ ਜਗ੍ਹਾ, 5 ਏਕੜ ਦਾ ਇਕੱਲਾ ਹਾਲ ਹੈ। ਅੱਜ ਉਹ ਹਾਲ ਭਰ ਚੁੱਕਾ। ਅਸੀਂ ਨਾਲ ਦੀਆਂ ਜਗ੍ਹਾਵਾਂ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਿਉਂ? ਕਿਉਂਕਿ ਪਰਮੇਸ਼ਵਰ ਤੁਹਾਨੂੰ ਓਵਰਫਲੋ ਦਿੰਦਾ। ਜੋ ਤੁਸੀਂ ਸਹੀ ਲੜਦੇ ਹੋ, ਜੋ ਤੁਸੀਂ ਗਲਤ ਲੜਦੇ ਹੋ, ਪਰਮੇਸ਼ਵਰ ਤੁਹਾਡੀ ਆਸ਼ੀਸ਼ ਨੂੰ ਘਟਾ ਦਿੰਦਾ ਔਰ ਖਤਮ ਕਰ ਦਿੰਦਾ। ਅੱਜ ਸੋਚੋ ਤੁਸੀਂ ਫਿਰ ਤੋਂ ਕਿ ਕਿੰਨੀ ਪ੍ਰੇਅਰ ਹੈ ਤੁਹਾਡੀ, ਕਿ ਤੁਸੀਂ ਦੈਨੀਅਲ ਵਾਂਗੂ 3 ਵਾਰ ਜਾਂਦੇ ਹੋ, ਦਾਊਦ ਵਾਂਗੂ 7 ਵਾਰ ਸਤੁਤੀ ਕਰਦੇ ਹੋ। ਕਿੰਨਾ ਟਾਈਮ ਪ੍ਰੇਅਰ ਕਰਦੇ ਹੋ ਤੁਸੀਂ ਬੈਠ ਕੇ? ਕਿੰਨਾ ਟਾਈਮ ਪਰਮੇਸ਼ਵਰ ਨੂੰ ਦਿੰਦੇ ਹੋ? ਕਿੰਨੇ ਹਫ਼ਤੇ 'ਚ ਰੋਜ਼ੇ ਆ ਤੁਹਾਡੇ? ਕਿੰਨੀ ਵਾਰੀ ਹਫ਼ਤੇ 'ਚ ਰੋਜ਼ਾ ਰੱਖਦੇ ਹੋ? ਸੰਡੇ ਤੁਸੀਂ ਪਰੌਂਠੀਆਂ ਖਾ ਕੇ ਚਰਚ ਜਾਂਦੇ ਹੋ, ਕੀ ਕਰੇਗਾ ਪਰਮੇਸ਼ਵਰ ਦਾ ਆਤਮਾ ਤੁਹਾਡੇ ਨਾਲ? ਸੰਡੇ ਤੁਸੀਂ ਰੋਟੀਆਂ ਖਾ ਕੇ ਚਰਚ ਜਾਂਦੇ ਹੋ, ਵੱਡੇ ਪੂੜੀਆਂ ਖਾ ਕੇ ਤੁਸੀਂ ਚਰਚ ਜਾਂਦੇ ਹੋ, ਕਿੱਦਾਂ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਛੂਏਗਾ ਔਰ ਕਿੱਦਾਂ ਉਹ ਕੰਮ ਕਰੇਗਾ? ਰੋਜ਼ਿਆਂ ਦੇ ਵਿੱਚ ਜਾਓ ਚਰਚ ਦੇ ਵਿੱਚ, ਕਿਉਂਕਿ ਪ੍ਰਭੂ ਦਾ ਆਤਮਾ ਤੁਹਾਨੂੰ ਛੂ ਸਕੇ, ਤੁਸੀਂ ਸੁਣ ਸਕੋ। ਆਪਣੀ ਆਤਮਾ ਨੂੰ ਟ੍ਰੇਨਡ ਕਰੋ ਕਿ ਪਰਮੇਸ਼ਵਰ ਦੀ ਗੱਲ ਨੂੰ ਉਹ ਸੁਣ ਸਕਣ। ਕਿੱਦਾਂ ਪਰਮੇਸ਼ਵਰ ਦਾ ਆਤਮਾ ਤੁਹਾਡੇ ਨਾਲ ਗੱਲ ਕਰੇਗਾ, ਕਿੱਦਾਂ ਤੁਹਾਨੂੰ ਆਜ਼ਾਦ ਕਰੇਗਾ, ਕਿੱਦਾਂ ਤੁਸੀਂ ਲੜੋਗੇ, ਕਿੱਦਾਂ ਤੁਸੀਂ ਜਿੱਤੋਗੇ। ਤੁਸੀਂ ਸਰੀਰਕ ਲੜਾਈਆਂ ਲੜਦੇ ਆ ਰਹੇ ਹੋ, ਇਸ ਲਈ ਤੁਸੀਂ ਜਿੱਤ ਨਹੀਂ ਪਾ ਰਹੇ ਹੋ। ਮੈਂ ਜਦ ਤੱਕ ਹੇਰਾ ਫੇਰੀ ਨਾ ਕਰਾਂ ਜੀ ਮੇਰਾ ਘਰ ਨਹੀਂ ਚੱਲਦਾ, ਇਸ ਲਈ ਤੁਸੀਂ ਥੋੜੇ 'ਚ ਸਾਰੀ ਉਮਰ ਗਵਾ ਦਿੱਤੀ। ਥੋੜੇ ਦੇ ਵਿੱਚ ਅਗਰ ਤੁਸੀਂ 3 ਟਾਈਮ ਦੀ ਰੋਟੀ 2 ਟਾਈਮ ਕਰ ਦਿਓ, ਹੇਰਾ ਫੇਰੀ ਬੰਦ ਕਰ ਦਿਓ, ਰਿਸ਼ਵਤ ਬੰਦ ਕਰ ਦਿਓ, ਦੇਖੋ 6 ਮਹੀਨੇ ਬਾਅਦ ਕੀ ਹੁੰਦਾ, 2 ਸਾਲ ਬਾਅਦ, 3 ਸਾਲ ਬਾਅਦ ਦੇਖੋ ਰਿਜ਼ਲਟ ਕੀ ਆਉਂਦਾ। ਔਰ ਰਿਜ਼ਲਟ ਜਿਹੜਾ ਆਊਗਾ ਸਾਰੀ ਉਮਰ ਤੁਹਾਡੀ ਬਲੈਸ ਰਹੂਗੀ, ਤੁਹਾਡੇ ਬੱਚੇ ਬਲੈਸ ਰਹਿਣਗੇ। ਪਰਮੇਸ਼ਵਰ ਕਦੀ ਨਹੀਂ ਭੁੱਲਦਾ, ਯਾਦ ਰੱਖੋ। ਕਈ ਵਾਰ ਲੋਕ ਸਾਡੇ ਨਾਲ, ਜਦੋਂ ਲੋਕ ਤੁਹਾਡੀ ਦੁਸ਼ਮਣੀ ਕਰਦੇ, ਲੋਕ ਤੁਹਾਡੇ ਖਿਲਾਫ ਬੋਲਦੇ, ਕਈ ਵਾਰ ਤੁਸੀਂ ਸੋਚਦੇ ਹੋ ਪ੍ਰਭੂ ਤੂੰ ਇਹਨੂੰ ਕੁਝ ਕਿਹਾ ਕਿਉਂ ਨਹੀਂ? ਪਰ ਪਰਮੇਸ਼ਵਰ ਵੀ ਇੰਤਜ਼ਾਰ ਕਰ ਰਿਹਾ ਹੁੰਦਾ ਤੁਸੀਂ ਵੀ ਭੁੱਲ ਜਾਓ ਉਸ ਚੀਜ਼ ਨੂੰ, ਉਹ ਵੀ ਭੁੱਲ ਜਾਏ ਤੇ ਫਿਰ ਪਰਮੇਸ਼ਵਰ ਦਾ ਬਦਲਾ ਲਏ। ਕਈ ਵਾਰ ਇੱਕ ਵਿਅਕਤੀ ਚੋਰੀ ਕਰਦਾ ਔਰ ਅਸੀਂ ਦੇਖਦੇ ਉਹਨੂੰ ਕੁਝ ਨਹੀਂ ਹੋਇਆ,
लेकिन जो टाइम आता तुसी भुल जाते हो, वो भी भुल जाता, परमेश्वर उस चोरी का बदला उन्होंने देना शुरू करता। जब तक वो पैसे वापस नहीं कर दिंदा, जब तक वो परमेश्वर अगे रिपेंट नहीं करता, जब तक वो परमेश्वर के अगे वापस नहीं आता सही तरीके दे नाल। हालेलुया। असी देखते हैं परमेश्वर बदला लैन वाला और अजर देने वाला और ब्लैस करने वाला भी परमेश्वर है। ऐसर लड़ी रोजे रखे उन्हें 3 दिन रात, कहते जाओ तो रोजे रखो 3 दिन रात। 3 दिन रात मैं रोजे रखांगी, 3 दिन रात तुसी रोजे रखो और असी प्रेयर करांगे परमेश्वर के अगे। असी हमान नाल लड़ना नहीं, असी किसी को कुछ नहीं कहना, पर असी परमेश्वर को कहांगे। प्रभु ने बुद्धि दी, बुद्धि दे नाल तीजे दिन राजे दे कोल गई, जो परमेश्वर की आत्मा ने उन्होंने गाइड किया कि जा। कई बार तुसी अपने बिजनेस 10 साल अपनी गद्दी ते बैठे रहो, फलवंत नहीं होता, लेकिन जो रोजे रख के प्रेयर करते एक दिन परमेश्वर का आत्मा तुहानूं गाइड करता, वो ऐदा दा आइडिया तुहानूं दिंदा, तुहाडी पूरी लाइफ जिहड़ी है चेंज हो जाती। उस तो बाद उपवास किद्दां रखते हैं आपां, अलग अलग तरह के उपवास हैं। कोई सवेर तो जो उठता है उदों उपवास शुरू हो जाता साडा। असीं सवेरे उठते हैं, उपवास शुरू है। 8 बजे उठे, 6 बजे उठे, 9 बजे उठे, उपवास शुरू है। 5 बजे तक कुछ नहीं खाना, अगर कुछ नहीं पीना वो भी बहुत वधिया। अगर एक टाइम दी पानी पीना चाहते हो, एक टाइम चाह पीना चाहते हो, कोई प्रॉब्लम नहीं। पर अगर खाना कुछ नहीं, कोई फ्रूट नहीं, कुछ नहीं खाना, यानी कह के उपवास से दुनिया भर का फ्रूट खा लिया, नो। उपवास मतलब अपनी बॉडी नूं ट्रेंड करना, अपनी बॉडी नूं दसना कि अज असी परमेश्वर की गल नूं सुनना, अज तू खाने तो दूर आ, अज मैं तेनों ट्रेंड करना कि हर टाइम तेनों खाना नहीं देना। कुछ लोग उपवास करते दिन रात का, दिन च एक बारी चाह या एक बारी जूस लेना और सारा दिन कुछ ना पीना, सारा दिन कुछ ना खाना। सख्त उपवास भी है, 3 दिन रात कुछ ना खाना, कुछ ना पीना, जिस तरह होली स्पिरिट साडी अगवाई करे। जो फास्टिंग करते हैं, उपवास करते हैं, प्रेयर करते हैं, आप असी देखते हैं परमेश्वर तुहानूं फिर तुहाडी जिंदगी च काम कर रहा है। फास्टिंग प्रेयर, फास्टिंग प्रेयर, फास्टिंग। और एक चीज़ नहीं कि मैनूं वीज़ा मिल जाए मैं प्रेयर का फास्टिंग करांगा, लेकिन 10 दिन बाद कोई रिजल्ट नहीं है, हुण मैं कभी फास्ट नहीं करने। वो टूना नहीं करना, तुसी लालच वाले फास्ट नहीं रखने। प्रभु के करीब जाने के लिए फास्ट रखो, प्रभु की महिमा नूं समझण लई, ओदी मर्जी नूं समझण लई फास्ट रखो। फिर जो तुहानूं लोड़ पएगी किसी दिन तुसीं फास्ट करोगे, प्रभु तुहाडी गल नूं सुनेगा। मैं तुहानूं तरीका नहीं दस रहा टूने करन दा कि वीज़ा चाहिए फास्ट कर लो, नो, ये कोई टूना नहीं है। मतलब कि परमेश्वर नूं सुनना चाहते हो, उन्हें मिलना चाहते हो, अपनी जिंदगी बाइबल के मुताबिक चलाना चाहते हो। फिर एक दिन वो ट्रबल का दिन तुहानूं लोड़ पेगी, प्रभु तुहाडी सुनेगा, तुहाडा बाल भी बांका नहीं होएगा, तुहाडी स्किन ते निशान तक नहीं पेगा, परमेश्वर तुहानूं बाहर कढेगा। तुसीं स्क्रीन के उत्ते नंबर जिहड़े नंबर उत्ते फोन करके तुसीं मैनूं दसना कि असीं फास्टिंग नहीं सी करते, असीं फास्टिंग शुरू की, असीं रोज़े शुरू करते, उपवास शुरू करते, जो भी इहदू नाम दे दो। कोई रोज़े कहता, कोई उपवास कहता, कोई फास्टिंग कहता। और करो प्रेयर, होवो परमेश्वर के नेड़े, छड्डो पाप, आजो परमेश्वर के नेड़े। तुहाडी जिंदगी स्वर्ग होएगी धरती के उत्ते। लोग तुहानूं देखण लई आउणगे, लोग तुहानूं सुणन लई आउणगे। परमेश्वर दा आत्मा तुहानूं आज़ाद करेगा और ब्लैस करेगा। परमेश्वर के दासां लई रोज़े रखने ना भुल्लो, प्रेयर करना ना भुल्लो। चर्च लई रोज़े रखना ना भुल्लो, प्रेयर करना ना भुल्लो। बाइबल च लिखिया, उन्होंने ये नहीं कहा कि अपने अपने लिए फास्ट रखो, कहते मेरे लिए फास्ट रखो, क्योंकि मैं मेन हाँ, मैं हुण राजे सामने जाना। तो जो पास्टर लिए अपने फास्ट रखते हो, परमेश्वर तुहानूं ब्लैस करदा। अपने अगुए लिए रखते हो, प्रभु तुहानूं ब्लैस करदा, तुहानूं आज़ाद करदा। आमीन। और रोज़े इसलिए नहीं रखने कि फलानी कुड़ी नाल, मनपसंद कुड़ी नाल मेरा विआह हो जाए, मैं 40 रोज़े रखांगा। और रोज़े तुहानूं कमज़ोर करनगे और काला कर देंगे। जिहड़े रोज़े प्रभु लिए रखोगे, तुसीं प्रभु की महिमा लिए रखोगे, वो रोज़े कामयाब होणगे और फल भी तुहानूं आएगा। आमीन। फिर जो परमेश्वर की पवित्रता लिए रोज़े रखोगे, फिर एक दिन जो अपने लिए भी रोज़ा रखोगे, वो भी कबूल किया जाएगा। सारिआं नूं जय मसीह दी। आमीन। ਵੇਖੋ ਟੀਵੀ ਪ੍ਰੋਗਰਾਮ ਜੀਵਨ ਦੀਆਂ ਗੱਲਾਂ ਪ੍ਰੇਰਿਤ ਅੰਕੁਰ ਨਰੂਲਾ ਜੀ ਦੇ ਨਾਲ ਹਰ ਸੋਮਵਾਰ ਅਤੇ ਹਰ ਮੰਗਲਵਾਰ ਸਵੇਰੇ 5:45 ਤੋਂ 6:15 ਤੱਕ ਸਿਰਫ ਡੀਡੀ ਪੰਜਾਬੀ ਤੇ।